ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ। ਮੈਂ ਗੁਰਪ੍ਰੀਤ ਸੰਧਾਵਾਲੀਆ ਅਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਪੰਨ ਸਾਹਿਬ ਨਾਲ, ਅਤੇ ਧਿਆਨ ਕਿਉਂਕਿ ਹਰੇਕ ਦਾ ਲੱਗਿਆ ਹੋਇਆ ਇਸ ਵਕਤ ਦਿੱਲੀ ਜਿਹੜਾ ਮੋਰਚਾ ਚੱਲਦਾ ਪਿਆ ਕਿ ਉਹਦੇ 'ਤੇ ਹੁਣ ਅੱਗੇ ਕੀ ਹੋਏਗਾ, ਕਿਉਂਕਿ ਕੱਲ੍ਹ ਵਾਲੀ ਮੀਟਿੰਗ 'ਚੋਂ ਨਿਕਲਿਆ ਕੁਝ ਨਹੀਂ। ਇਹ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਪੰਨ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰ। ਪੰਨ ਸਾਹਿਬ, ਕੱਲ੍ਹ ਵਾਲੀ ਮੀਟਿੰਗ ਤੋਂ ਬਾਅਦ, ਕਿਉਂਕਿ ਜਦੋਂ 8ਵੀਂ ਵਾਰ ਵੀ ਸਰਕਾਰ ਕੋਲੇ ਉਹੀ ਘੜਿਆ ਜਵਾਬ ਆ ਜਿਹੜਾ ਕਿ ਪਹਿਲੀ ਮੀਟਿੰਗ 'ਚ ਸੀ ਜਾਂ ਪਹਿਲੀ ਮੀਟਿੰਗ ਕਰਨ ਤੋਂ ਵੀ ਪਹਿਲਾਂ ਸੀ, ਤਾਂ ਹੁਣ ਕੁਛ ਇਹੋ ਜਿਹੀਆਂ ਚਰਚਾਵਾਂ ਚੱਲ ਪਈਆਂ ਕਿ ਸਰਕਾਰ ਮੀਟਿੰਗਸ ਦੇ ਵਿੱਚ ਕਿਸਾਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਉਲਝਾ ਕੇ ਰੱਖਣਾ ਚਾਹੁੰਦੀ ਹੈ ਵੀ ਇਹਨਾਂ ਦਾ ਧਿਆਨ ਇੱਧਰ ਲੱਗਾ ਰਹੇ, ਜਦ ਕਿ ਦੂਸਰੇ ਪਾਸੇ ਜਿਹੜੇ ਬਾਕੀ ਦੇ ਰਾਹ ਹੁੰਦੇ ਆ ਸਰਕਾਰਾਂ ਕੋਲੇ ਉਹ ਸਾਰੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਆ। ਇਸ ਚਰਚਾ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੇ ਪਹਿਲਾਂ ਵੀ ਇਹ ਬਾਕੀ ਰਾਹ ਖੋਲ੍ਹੇ ਸਨ, ਪਰ ਪਹਿਲਾਂ ਘੱਟ ਸੀ। ਹੁਣ ਇੱਕਦਮ ਉਹਨਾਂ ਨੇ ਰਾਹ ਵਧਾ ਦਿੱਤੇ ਨੇ ਜੀ। ਇੱਕ ਪਾਸਿਓਂ ਤਾਂ ਦਿੱਲੀ ਵਿੱਚ ਉਹਨਾਂ ਨੇ ਕਾਫੀ ਸਾਰੇ ਲੋਕਾਂ ਦਾ ਇਕੱਠ ਕਰਨਾ ਸ਼ੁਰੂ ਕਰਤਾ, ਜਿਨ੍ਹਾਂ ਦੀ ਇੱਕ ਕਨਵੈਨਸ਼ਨ ਰੱਖ ਲਈ ਆ ਕਿ ਅਸਲੀ ਕਿਸਾਨ ਮਜ਼ਦੂਰ ਤਾਂ ਅਸੀਂ ਹਾਂ ਅਤੇ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਕਰਾਂਗੇ ਜੀ। ਉਹਨਾਂ ਤੋਂ ਵਿਚਾਰ ਕਰਵਾ ਕੇ ਕਿਸੇ ਨਾ ਕਿਸੇ ਤਰੀਕੇ ਅਤੇ ਇਹਨਾਂ ਦੇ ਬਰਾਬਰ ਦੀ ਇੱਕ ਧਿਰ ਖੜੀ ਕਰਨ ਵਾਸਤੇ ਸਰਕਾਰ ਦਾ ਜ਼ੋਰ ਲੱਗਾ ਪਿਆ। ਦੂਸਰੇ ਪਾਸਿਓਂ ਪਰਸੋਂ ਅਚਾਨਕ ਜਿਹੜੀ ਖਬਰ ਆਈ ਕਿ ਬਾਬਾ ਲੱਖਾ ਸਿੰਘ ਨਾਨਕਸਰ ਵਾਲਾ ਉਹ ਜਾ ਕੇ ਖੇਤੀ ਮੰਤਰੀ ਨੂੰ ਮਿਲਿਆ। ਉਹਦੇ ਬਾਅਦ ਉਹਨੇ ਕੋਸ਼ਿਸ਼ ਸ਼ੁਰੂ ਕੀਤੀ ਹੈ, ਉਹਨੇ ਕਹਿ ਵੀ ਦਿੱਤਾ ਕਿ ਮੈਂ ਵਿਚੋਲਗੀ ਕਰੂੰਗਾ, ਮੈਂ ਹੁਣ ਕਿਸਾਨ ਲੀਡਰਾਂ ਨੂੰ ਵੀ ਮਿਲੂੰਗਾ। ਚਰਚਾ ਉਸੇ ਵੇਲੇ ਚੱਲ ਪਈ ਕਿ ਬਾਬਾ ਲੱਖਾ ਸਿੰਘ ਕਿਹਦੇ ਵੱਲੋਂ ਮਤਲਬ ਇਹਨੂੰ ਪਾਵਰ ਆਫ ਅਟਾਰਨੀ ਮਿਲੀ ਆ, ਕੋਈ ਮੁਖਤਾਰਨਾਮਾ ਮਿਲਿਆ ਕਿ ਬਾਬਾ ਜੀ ਤੁਸੀਂ ਗੱਲ ਕਰੋ ਜੀ। ਨਾਨਕਸਰ ਜਿਹੜੀ ਜਥੇਬੰਦੀ ਆ, ਮੁੱਖ ਕੇਂਦਰ ਆ, ਉਸ ਕੇਂਦਰ ਦੇ ਵਿੱਚ ਕਹਿੰਦੇ ਆ ਕਿ ਕਮਾਂਡ 3 ਬੰਦਿਆਂ ਦੇ ਹੱਥ ਵਿੱਚ ਆ, ਤਿੰਨਾਂ 'ਚੋਂ ਇੱਕ ਬਾਬਾ ਲੱਖਾ ਸਿੰਘ। ਤਿੰਨੇ ਮੁੱਖ ਸਥਾਨ ਦੇ ਉੱਤੇ ਵਾਰੀ ਸੇਵਾ ਕਰਦੇ ਆ, ਬਾਕੀ ਆਪੋ ਆਪਣਾ ਕੰਮ ਚਲਾਉਂਦੇ ਆ। ਦੂਜੇ ਦੋ ਰਾਜਨੀਤੀ ਤੋਂ ਥੋੜ੍ਹਾ ਕਹਿੰਦੇ ਪਾਸੇ ਰਹਿੰਦੇ ਆ। ਇਹ ਬਾਬਾ ਲੱਖਾ ਸਿੰਘ ਨੂੰ ਇੱਕ ਖਾਸ ਪਰਿਵਾਰ ਦੇ ਨੇੜੇ ਗਿਣਿਆ ਜਾਂਦਾ। ਖਾਸ ਪਰਿਵਾਰ ਨੇ ਪਹੁੰਚ ਕੀਤੀ ਕਿ ਬਾਬੇ ਨੇ ਆਪ ਰਾਹ ਲੱਭਿਆ, ਇਹ ਤਾਂ ਪਤਾ ਨਹੀਂ, ਪਰ ਬਾਬੇ ਨੇ ਯਤਨ ਕੀਤਾ ਅਤੇ ਉਸ ਯਤਨ ਦੇ ਵਿੱਚ ਰੌਲਾ ਹੀ ਪਿਆ ਵਾ, ਪੱਲੇ ਗੱਲ ਨਹੀਂ ਬਣ ਸਕੀ ਜੀ। ਕਿਸਾਨ ਜਥੇਬੰਦੀਆਂ ਨੇ ਵੀ ਕੋਈ ਹੁੰਗਾਰਾ ਨਹੀਂ ਭਰਿਆ। ਹੁਣ ਅੱਜ ਸਵੇਰ ਦੀ ਗੱਲ ਚੱਲ ਪਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕਰੋ। ਅਕਾਲ ਤਖ਼ਤ ਦਾ ਜਥੇਦਾਰ ਕਿਹਦਾ ਬੰਦਾ ਹੈ ਵੀ ਸਾਰਿਆਂ ਨੂੰ ਪਤਾ। ਇਹਦੇ ਤੋਂ ਫਿਰ ਨਾਲ ਇੱਕ ਗੱਲ ਇਹ ਚੱਲ ਪਈ ਹੈ ਕਿ ਜਿਹੜੀਆਂ ਦੋ ਧਿਰਾਂ 24 ਸਾਲਾਂ ਤੋਂ ਇਕੱਠੀਆਂ ਸਨ ਅਤੇ ਆ 24 ਕੁ ਹਫ਼ਤੇ ਪਹਿਲਾਂ ਥੋੜ੍ਹੀਆਂ ਜਿਹੀਆਂ ਅੱਡੋ ਅੱਡ ਹੋਣੀਆਂ ਸ਼ੁਰੂ ਹੋ ਗਈਆਂ ਸੀ ਜੀ। ਉਹ ਦੋਵੇਂ ਕਿਤੇ ਵੜਾਵਾਂ ਪਾ ਕੇ ਤਾਂ ਨਹੀਂ ਕੋਈ ਤਾਲਮੇਲ ਕਰਦੀਆਂ ਪਈਆਂ ਕਿ ਕੇਂਦਰ ਸਰਕਾਰ ਦੇ ਬੰਦੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਤਾਲਮੇਲ ਕਰਨ, ਅਤੇ ਅਕਾਲ ਤਖ਼ਤ ਦਾ ਜਥੇਦਾਰ ਜਿਨ੍ਹਾਂ ਦਾ ਬੰਦਾ ਸਾਰਿਆਂ ਨੂੰ ਪਤਾ ਹੀ ਹੈ, ਉਹ ਇਸ ਵੇਲੇ ਨਿਰਪੱਖ ਜਥੇਦਾਰ ਤਾਂ ਹੈ ਹੀ ਨਹੀਂ ਜੀ। ਕੋਈ ਵੀ ਉਹਨੂੰ ਨਿਰਪੱਖ ਨਹੀਂ ਮੰਨਦਾ। ਜਿੱਦਾਂ ਦੀ ਭਾਸ਼ਾ ਉਹਨੇ ਪਿਛਲੇ ਸਮਿਆਂ 'ਚ ਵਰਤੀ ਹੈ, ਜਿੰਨੀ ਤਿਲਕਣਬਾਜ਼ੀ ਕੀਤੀ ਹੈ, ਪਹਿਲਾਂ ਕਹਿ ਕੇ ਕਿ 328 ਸਰੂਪ ਗਾਇਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਫਿਰ ਆਪੇ ਹੀ ਕਹਿਤਾ ਸਰੂਪ ਤੇ ਗਾਇਬ ਵੀ ਕੋਈ ਨਹੀਂ ਹੋਇਆ, ਔਰ ਇਹਨੂੰ ਸਾਬਤ ਕਰਨ ਵਾਸਤੇ ਕਿੰਨੀ ਲੰਮੀ ਚੌੜੀ ਤਕਰੀਰ ਵੀ ਕਰ ਦਿੱਤੀ। ਉਹਦਾ ਕਰਕੇ ਉਹਦੇ ਨਾਲ ਵੀ ਚਰਚਾ ਤੇ ਲੋਕਾਂ 'ਚ ਚੱਲਦੀ ਹੈ। ਲੋਕਾਂ ਵਿੱਚ ਚਰਚਾ ਕਈਆਂ ਹੋਰਨਾਂ ਗੱਲਾਂ ਤੋਂ ਵੀ ਚੱਲਦੀ ਹੈ। ਭਾਜਪਾ ਦੇ ਲੀਡਰ ਮੁੜ ਇਹ ਕਹਿਣ ਦੇ ਬਾਵਜੂਦ, ਕਿਸਾਨ ਲੀਡਰ ਕਹਿੰਦੇ ਆ ਜੀ ਤੁਸੀਂ ਆਪਣੇ ਬੰਦਿਆਂ ਨੂੰ ਇਹ ਤਾਂ ਰੋਕੋ ਕਿ ਸਾਡੇ ਖਿਲਾਫ ਜਿਹੜੀ ਭੰਡੀ ਪ੍ਰਚਾਰ ਦੀ ਮੁਹਿੰਮ ਉਹ ਕਿਉਂ ਚਲਾਈ ਜਾਂਦੇ ਆ ਜੀ। ਉਹ ਲੀਡਰ ਅਜੇ ਤੱਕ ਭੰਡੀ ਪ੍ਰਚਾਰ ਦੀ ਮੁਹਿੰਮ ਚਲਾਈ ਜਾਂਦੇ ਆ। ਇੱਕ ਪੰਜਾਬ ਤੋਂ ਗਏ ਭਾਜਪਾ ਲੀਡਰ ਨੇ, ਮੈਂ ਉਹਦਾ ਨਾਂ ਇਸ ਕਰਕੇ ਨਹੀਂ ਲੈਂਦਾ ਕਿ ਪਹਿਲਾਂ ਹੀ ਬਥੇਰੇ ਪਾਸਿਆਂ ਤੋਂ ਉਹਦੇ ਖਿਲਾਫ ਚਾਂਦਮਾਰੀ ਹੋ ਰਹੀ ਹੈ, ਉਹਨੇ ਹੁਣ ਨਵਾਂ ਬਿਆਨ ਫਿਰ ਦੇ ਦਿੱਤਾ। ਕਿਸਾਨ ਧਰਨੇ 'ਤੇ ਬੈਠੇ ਆ ਜੀ, ਕਿਸਾਨਾਂ ਦੇ ਲੀਡਰ ਤਾਂ 5 ਸਟਾਰ ਹੋਟਲਾਂ 'ਚ ਰਹਿੰਦੇ ਆ। ਜੇ ਉਹਨੂੰ ਇੰਨਾ ਪਤਾ 5 ਸਟਾਰ ਹੋਟਲਾਂ 'ਚ ਰਹਿੰਦੇ ਆ ਅਤੇ ਉਹਨੂੰ ਹੁਣ ਤੱਕ ਇਹ ਵੀ ਦੱਸ ਦੇਣਾ ਚਾਹੀਦਾ ਸੀ ਕਿ ਫਲਾਣੇ ਹੋਟਲ 'ਚ ਫਲਾਣਾ ਆਪਣਾ ਲੀਡਰ ਰਹਿੰਦਾ। ਲੀਡਰ ਤਾਂ ਸਾਰੇ ਉੱਥੇ ਕਿਸਾਨਾਂ ਦੇ ਵਿਚਾਲੇ ਤੰਬੂਆਂ 'ਚ ਰਹਿਣ ਡਿਆ ਜਾਂ ਟਰਾਲੀਆਂ 'ਚ ਸੌਣ ਡਿਆ ਨੇ। ਕੋਈ ਇੱਕ ਵੀ ਲੀਡਰ ਇਹੋ ਜਿਹਾ ਨਹੀਂ ਲੱਭਦਾ ਜਿਹੜਾ 5 ਸਟਾਰ ਹੋਟਲ 'ਚ ਗਿਆ ਹੋਵੇ। ਇਹ ਵੀ ਇਹਨਾਂ ਦੇ ਖਿਲਾਫ ਪ੍ਰਚਾਰ ਦੀ ਮੁਹਿੰਮ ਹੈ। ਇਸ ਪ੍ਰਚਾਰ ਦੀ ਮੁਹਿੰਮ ਦੇ ਵਿੱਚ ਅੱਜ ਇੱਕ ਭਾਜਪਾ ਦੇ MLA ਨੇ ਜਿਹੜਾ ਕਿਸੇ ਦੂਸਰੇ ਰਾਜ ਵਿੱਚੋਂ, ਉਹਨੇ ਉੱਠ ਕੇ ਕਹਿ ਦਿੱਤਾ ਕਿ ਭਾਰਤ ਵਿੱਚ ਬਰਡ ਫਲੂ ਕਿਸਾਨਾਂ ਦੀ ਇਸ ਐਜੀਟੇਸ਼ਨ ਦਾ ਕਰਕੇ ਫੈਲਦਾ। ਅਜੇ ਤੱਕ ਭਾਰਤ ਦੇ ਕੇਂਦਰ ਸਰਕਾਰ ਦੇ ਸਿਹਤ ਮਹਿਕਮੇ ਨੇ ਇਹੋ ਜਿਹੀ ਕੋਈ ਰਿਪੋਰਟ ਨਹੀਂ ਦਿੱਤੀ ਕਿ ਬਰਡ ਫਲੂ ਜਿਹੜਾ ਭਾਰਤ ਵਿੱਚ ਆਣ ਪਹੁੰਚਿਆ ਇੱਕ ਵੀ ਇਨਸਾਨ ਨੂੰ, ਇੱਕ ਵੀ ਬੰਦੇ ਨੂੰ ਹੋਇਆ ਹੋਵੇ। ਜੇ ਇੱਕ ਵੀ ਬੰਦੇ ਨੂੰ ਅਜੇ ਤੱਕ ਨਾ ਉੱਥੇ ਹੋਇਆ ਹਿਮਾਚਲ ਪ੍ਰਦੇਸ਼ 'ਚ, ਜਿੱਥੇ ਕਾਂਗੜੇ 'ਚ 3-4 ਹਜ਼ਾਰ ਕਹਿੰਦੇ ਪੰਛੀ ਮਰ ਗਏ, ਨਾ ਰਾਜਸਥਾਨ 'ਚ ਪੰਛੀ ਮਰਨ ਤੋਂ ਬਾਅਦ ਕਿਸੇ ਬੰਦੇ ਨੂੰ ਹੋਇਆ, ਨਾ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ, ਨਾ ਕੇਰਲਾ 'ਚ। ਅਤੇ ਇਹਨੂੰ ਕਿਸਾਨਾਂ ਦੀ ਐਜੀਟੇਸ਼ਨ 'ਚ ਬੰਦਿਆਂ ਨਾਲ ਉਸ ਭੜੂਏ ਨੇ ਕਿਸ ਤਰ੍ਹਾਂ ਜੋੜ ਦਿੱਤਾ,
ਇਹ ਪੁੱਛਣਾ ਚਾਹੀਦਾ ਕਿ ਇਹੋ ਜਿਹੇ ਬੇਹੁਦਾ ਬੰਦੇ ਇਦਾਂ ਦੀ ਬਿਆਨਬਾਜ਼ੀ ਕਿਉਂ ਕਰਦੇ ਆ। ਹੁਣ ਇੱਕ ਹੋਰ ਖੇਡ ਖੇਡੀ ਜਾਣ ਲੱਗ ਪਈ ਹੈ ਜੀ ਕਿ ਦੂਸਰਿਆਂ ਰਾਜਾਂ ਦੇ ਕਿਸਾਨਾਂ ਨੂੰ ਪੰਜਾਬੀਆਂ ਦੇ ਤੇ ਹਰਿਆਣਵੀਆਂ ਦੇ ਖਿਲਾਫ ਭੜਕਾਓ, ਕਿਸਾਨਾਂ ਨੂੰ ਕਿਸਾਨਾਂ ਦੇ ਖਿਲਾਫ ਭੜਕਾਓ। ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਨੇ ਕਹਿ ਦਿੱਤਾ ਕਿ ਪੰਜਾਬ ਵਿੱਚ ਝੋਨਾ ਕਿਉਂਕਿ ਉਹ MSP ਤੇ ਵਿਕਦਾ, ਤੇ ਮੱਧ ਪ੍ਰਦੇਸ਼ ਦੇ ਜਿਹੜੇ ਕਿਸਾਨ ਆ ਇਹਨਾਂ ਤੋਂ ਝੋਨਾ ਸਸਤਾ ਖਰੀਦ ਕੇ ਤੇ ਪੰਜਾਬ ਦੇ ਕਿਸਾਨ ਲੈ ਜਾਂਦੇ ਗੱਡੀਆਂ ਭਰ ਕੇ, ਫਿਰ ਪੰਜਾਬ ਵਿੱਚ ਜਾ ਕੇ 3 ਗੁਣੇ ਭਾਅ ਤੇ ਵੇਚਦੇ ਆ। ਜੀ ਐਡੀ ਦੂਰੋਂ ਲਿਆ ਕੇ ਕੋਈ ਇੱਥੇ ਵੇਚੇਗਾ? ਇਹ ਪਤਾ ਨਹੀਂ ਬੇਸੁਰੀ ਗੱਲ ਉਹਨੇ ਕਿੱਦਾਂ ਕਹਿਤੀ ਹੈ। ਅਸੀਂ UP ਦਾ ਸੁਣਿਆ ਸੀ, ਉੱਥੋਂ 900 ਰੁਪਏ 'ਚ ਕੁਇੰਟਲ ਖਰੀਦਿਆ ਜਾ ਰਿਹਾ ਤੇ ਪੰਜਾਬ 'ਚ 1880 ਰੁਪਏ ਵੇਚਿਆ ਜਾ ਰਿਹਾ। ਇਹ ਤਾਂ ਅਸੀਂ ਸੁਣਿਆ ਸੀ। ਅੱਛਾ, ਸਾਨੂੰ ਇਸ ਗੱਲ 'ਤੇ ਵੀ ਹੈਰਾਨੀ ਸੀ ਕਿ ਜੇ UP 'ਚੋਂ ਭਾਜਪਾ ਦੀ ਆਪਣੀ ਸਰਕਾਰ ਹੁੰਦਿਆਂ ਉਹਨਾਂ ਦਾ ਕਿਸਾਨ ਲੁੱਟਿਆ ਜਾ ਰਿਹਾ ਤੇ ਤੁਹਾਡੀ ਸਰਕਾਰ ਉੱਥੇ ਕਰਦੀ ਕੀ ਹੈ? ਤੁਸੀਂ ਆਪਣੇ ਕਿਸਾਨਾਂ ਦੀ ਮਦਦ ਕਰਨ ਜੋਗੇ ਨਹੀਂ। ਤੇ ਜੇ ਮੱਧ ਪ੍ਰਦੇਸ਼ ਦਾ ਕਿਸਾਨ ਇਹ ਕਹਿੰਦਾ ਕਿ ਇੱਥੋਂ ਪੰਜਾਬ ਦੇ ਕਿਸਾਨ ਝੋਨਾ ਖਰੀਦ ਕੇ ਲੈ ਜਾਂਦੇ ਤੇ ਪੰਜਾਬ 'ਚ ਜਾ ਕੇ ਤਿਗੜੇ ਭਾਅ ਤੇ ਵੇਚਦੇ ਆ, ਤੇ ਫਿਰ ਉਹ ਸਭ ਤੋਂ ਪਹਿਲਾਂ ਆਪਣੀ ਨਾਕਾਮੀ ਨਹੀਂ, ਆਪਣੀ ਤੇ ਆਪਣੇ ਮੁੱਖ ਮੰਤਰੀ ਤੇ ਆਪਣੀ ਪਾਰਟੀ ਦੀ ਸਾਰੀ ਕਮਾਂਡ ਦੀ ਨਲਾਇਕੀ ਮੰਨਦਾ ਵੀ ਅਸੀਂ ਆਪਣੇ ਕਿਸਾਨਾਂ ਦੀ ਰਾਖੀ ਕਰਨ ਜੋਗੇ ਨਹੀਂ। ਜੀ ਜੇ ਪੰਜਾਬ ਵਿੱਚ ਝੋਨੇ ਦਾ ਭਾਅ ਇੰਨਾ ਮਿਲਦਾ 3 ਗੁਣਾ, ਤੇ ਤੁਸੀਂ ਮਰ ਗਏ ਆ, ਤੁਹਾਡੀ ਸਰਕਾਰ ਕਾਹਦੇ ਲਈ ਉੱਥੇ ਬੈਠੀ ਹੈ? ਤੁਸੀਂ ਮੱਧ ਪ੍ਰਦੇਸ਼ ਦੇ ਕਿਸਾਨ ਨੂੰ ਇਹ ਪੂਰਾ ਭਾਅ ਦਿੰਦੇ ਕਿਉਂ ਨਹੀਂ? ਦਿਓ ਹਾਂ, ਤੁਹਾਨੂੰ ਪੰਜਾਬ ਦੇ ਕਿਸਾਨਾਂ ਨੇ ਰੋਕਿਆ, ਆਪ ਦੇਣਾ ਨਹੀਂ। ਉਹਨਾਂ ਨੂੰ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਖਿਲਾਫ ਮੁਕਾਬਲੇ ਤੇ ਖੜਾ ਕਰਨ ਦਾ ਯਤਨ ਕਰਨਾ। ਇਹ ਸਾਰੀਆਂ ਖੇਡਾਂ ਦੱਸਦੀਆਂ ਨੇ ਕਿ ਇਸ ਮੋਰਚੇ ਨੂੰ ਢਾਹ ਲਾਉਣ ਵਾਸਤੇ ਕੇਂਦਰ ਸਰਕਾਰ ਇਸ ਵੇਲੇ ਕੇਂਦਰ ਸਰਕਾਰ ਨੂੰ ਚਲਾ ਰਹੀ ਪਾਰਟੀ ਮੁੱਖ ਤੌਰ ਤੇ ਇਸ ਵੇਲੇ ਉਹ ਸਾਮ ਦਾਮ ਦੰਡ ਭੇਦ ਸਾਰੇ ਖੇਡਦੀ ਪਈ ਆ। ਰਾਜਨੀਤਿਕ ਪੱਖ ਤੋਂ ਵੀ ਹਮਲਾ ਹੋ ਰਿਹਾ, ਸਾਧਾਂ ਸੰਤਾਂ ਨੂੰ ਵੀ ਵਿੱਚ ਸ਼ਾਮਲ ਕੀਤਾ ਜਾ ਰਿਹਾ, ਤੇ ਹੋਰ ਇੱਧਰ ਉੱਧਰ ਦੇ ਜਿਹੜੇ ਦੁੱਕੜ ਚੌਕੜ ਆ ਉਹਨਾਂ ਨੂੰ ਵਰਤ ਕੇ ਤੇ ਭੱਦੀ ਕਿਸਮ ਦੀ ਇਲਜ਼ਾਮ ਤਰਾਸ਼ੀ ਕਿਸਾਨਾਂ ਦੇ ਖਿਲਾਫ ਕੀਤੀ ਜਾ ਰਹੀ ਹੈ। ਖਾਸ ਕਰਕੇ ਕੁਝ ਪੰਜਾਬ ਦੀ ਭਾਜਪਾ ਦੇ ਲੀਡਰ ਇਸ ਕੰਮ 'ਚ ਜੋ ਕਰਦੇ ਪਏ ਆ, ਜੇ ਇੱਦਾਂ ਹੀ ਕਰਦੇ ਰਹੇ ਤੇ ਲੋਕਾਂ 'ਚੋਂ ਕੱਟੇ ਜਾਣਗੇ। ਇਕਬਾਲ ਸਾਹਿਬ, ਜਿਹੜੀ ਇਹ ਚਰਚਾ ਕਿ ਜਿੱਥੇ ਮੁੱਖ ਸਟੇਜ ਹੈ ਜੀ, ਉਸ ਮੁੱਖ ਸਟੇਜ ਦੇ ਬਾਰੇ 'ਚ ਬਹੁਤ ਸਾਰੀਆਂ ਕੁਝ ਖਬਰਾਂ ਵੀ ਲੱਗ ਰਹੀਆਂ ਨੇ, ਹੁਣ ਪਤਾ ਨਹੀਂ ਉਹ ਸੱਚੀਆਂ ਨੇ, ਝੂਠੀਆਂ ਨੇ ਜਾਂ ਲਵਾਈਆਂ ਜਾ ਰਹੀਆਂ। ਫਿਰ ਇਹ ਵੀ ਹੈ ਕਿ ਵੀ ਉੱਥੇ ਜਿਹੜੇ ਬੰਦੇ ਜਾਂਦੇ ਨੇ ਉਹਨਾਂ ਨੂੰ ਪਹਿਲਾਂ ਤਾਂ ਕਿਸਾਨ ਨਹੀਂ ਸੀ ਲਾਗੇ ਲੱਗਣ ਦਿੰਦੇ, ਫਿਰ ਜੇ ਕੋਈ ਰੌਲਾ ਰੱਪਾ ਪੈ ਕੇ ਉਹ ਲਾਗੇ ਲੱਗੇ ਤੇ ਕੰਮ ਫਿਰ ਉਹੀ ਕੀਤਾ ਜਿਨ੍ਹਾਂ ਚੀਜ਼ਾਂ ਦਾ ਉਹ ਕਹਿੰਦੇ ਸੀ ਸਾਨੂੰ ਡਰ ਹੈ, ਇਸ ਕਰਕੇ ਕਿਸਾਨਾਂ ਨੇ ਉਹਨਾਂ ਬੰਦਿਆਂ ਤੋਂ ਵੀ ਦੂਰੀ ਬਣਾ ਲਈ ਹੈ। ਮੁੱਖ ਸਟੇਜ ਵਾਲੇ ਪਾਸੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦਾ ਜਾਣਾ, ਤਾਂ ਉਸ ਤੋਂ ਬਾਅਦ ਵੱਖਰੀ ਤਰ੍ਹਾਂ ਦੀਆਂ ਗੱਲਾਂ ਬਾਹਰ ਆਉਣੀਆਂ, ਉਹਨਾਂ ਨੂੰ ਕਿਵੇਂ ਦੇਖਦੇ? ਦੇਖੋ, ਇਸ ਗੱਲ ਦੇ ਉੱਤੇ ਮੈਂ ਬਹੁਤੀ ਚਰਚਾ 'ਚ ਨਹੀਂ ਪੈਣਾ ਚਾਹੁੰਦਾ। 41 ਜਥੇਬੰਦੀਆਂ ਦੀ ਜਿਹੜੀ ਮੁੱਖ ਸਟੇਜ ਲੱਗੀ ਹੈ, ਸਾਂਝੀ ਸਟੇਜ, ਉਹ ਸਟੇਜ ਦਾ ਇੱਕ ਡਿਸਿਪਲਿਨ ਹੈ। ਇਹ 41 ਜਥੇਬੰਦੀਆਂ ਨੂੰ ਵੱਖ-ਵੱਖ ਪਾਸਿਆਂ ਤੋਂ ਢਾਹ ਲਾਉਣ ਦਾ ਯਤਨ ਕੀਤਾ ਗਿਆ। ਅੱਜ ਤੱਕ ਇਹਨਾਂ 41 'ਚੋਂ ਕੋਈ ਜਥੇਬੰਦੀ ਇਹਨਾਂ 'ਚੋਂ ਕਰੀ ਨਹੀਂ। ਉਹਨਾਂ ਦੀ ਸਾਂਝੀ ਸਟੇਜ ਜੇ ਇੰਨੀ ਸ਼ਾਨਦਾਰ ਲੀਡਰਸ਼ਿਪ ਚਲਾ ਰਹੀ ਹੈ, ਇੱਕ ਡਿਸਿਪਲਿਨ ਬਣ ਕੇ ਚਲਾ ਰਹੀ ਹੈ, ਤੇ ਉਹ ਸਟੇਜ ਨੂੰ ਉੱਦਾਂ ਚੱਲਣ ਦੇਣਾ ਚਾਹੀਦਾ। ਹਰ ਕੋਈ ਜਾ ਕੇ ਹਵਾ 'ਚ ਤਲਵਾਰਾਂ ਚਲਾਵੇ, ਮੈਂ ਤਾਂ ਆਹ ਕਰ ਦੂੰ, ਮੈਂ ਤਾਂ ਉਹ ਕਰ ਦੂੰ। ਇੱਥੇ ਕੁਝ ਬੰਦੇ ਇਹਨੂੰ ਬਹੁਤ ਜ਼ਿਆਦਾ ਖਾਲਿਸਤਾਨ ਦਾ ਰੰਗ ਦੇਣ ਦਾ ਯਤਨ ਕਰਦੇ ਨੇ, ਇਹਦੀ ਵੀ ਚਰਚਾ ਚੱਲਦੀ ਹੈ। ਕੁਝ ਬੰਦੇ ਸਿਰਫ ਮਾਰਸ਼ਲਿਜ਼ਮ, ਅਸੀਂ ਆਹ ਕਰ ਦੇਣਾ, ਉਹ ਕਰ ਦੇਣਾ। ਉਹਦੇ ਤੋਂ ਜੇ ਕਿਸਾਨਾਂ ਦੀ ਲੀਡਰਸ਼ਿਪ ਦੇ ਵਿੱਚ ਕੋਈ ਮਾੜਾ ਪ੍ਰਭਾਵ ਗਿਆ ਜਾਂ ਉਹਨਾਂ ਨੇ ਵੇਖਿਆ ਕਿ ਡਿਸਿਪਲਿਨ ਵਿੱਚ ਨਹੀਂ ਰਹਿੰਦੇ, ਉਹਨਾਂ ਜੋ ਫੈਸਲਾ ਕੀਤਾ ਉਹਨਾਂ ਨੂੰ ਪਤਾ ਹੋ। ਮੈਂ ਇਹ ਸਮਝਦਾ ਕਿ ਜਦੋਂ ਇੱਕ ਮੁੱਖ ਸਟੇਜ ਚੱਲਦੀ ਪਈ ਹੈ, ਜਦੋਂ ਇਹ ਸਾਫ਼ ਹੈ ਕਿ ਇੱਕ ਲੀਡਰਸ਼ਿਪ ਹੈਗੀ ਆ ਸਾਂਝੀ, ਜਿਹਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਲੀਡਰ ਵੀ ਆ, ਹਰਿਆਣੇ ਦੇ ਵੀ, ਰਾਜਸਥਾਨ ਦੇ ਵੀ ਆ, ਉੱਤਰ ਪ੍ਰਦੇਸ਼ ਦੇ ਵੀ, ਮੱਧ ਪ੍ਰਦੇਸ਼ ਦੇ ਵੀ, ਪੱਛਮੀ ਬੰਗਾਲ ਦਾ ਹਾਨਨ ਮੁੱਲਾ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ। ਜੇ ਇੰਨਿਆਂ ਥਾਵਾਂ ਦੇ ਕਿਸਾਨ ਆਗੂ ਸ਼ਾਮਲ ਹੋ ਕੇ ਇਕੱਠੀ ਇੱਕ ਸਟੇਜ ਚਲਾਉਂਦੇ ਪਏ ਆ, ਤੇ ਉਹ ਸਾਂਝੀ ਸਟੇਜ ਤੋਂ ਕਿਸੇ ਨੂੰ ਵੀ ਵੱਖਰੇ ਤੌਰ 'ਤੇ ਆਪਣੇ ਇਸ ਤਰ੍ਹਾਂ ਦੀ ਸਟੇਜ ਲਾ ਕੇ ਇਹੋ ਜਿਹਾ ਕੋਈ ਪ੍ਰਭਾਵ ਨਹੀਂ ਦੇਣਾ ਚਾਹੀਦਾ ਜਿਹਨੂੰ ਕੇਂਦਰ ਸਰਕਾਰ ਇਸ ਪੱਖੋਂ ਵਰਤ ਸਕੇ ਕਿ ਕਿਸਾਨ ਲਹਿਰ ਤਾਂ ਪਾਟ ਗਈ। ਅੱਜ 2 ਅਖਬਾਰਾਂ ਦੇ ਵਿੱਚ ਇਹ ਖਬਰਾਂ ਵੀ ਉਚੇਚ ਨਾਲ ਛਪਾਈਆਂ ਗਈਆਂ ਨੇ ਕਿ ਕਿਸਾਨ ਲਹਿਰ ਦੇ ਵਿੱਚ ਪਾਟਕ ਪੈ ਗਿਆ। ਉਹਨਾਂ ਨੇ ਇਸ ਤਰ੍ਹਾਂ ਦੀਆਂ ਖਬਰਾਂ, ਉਹ ਪੱਤਰਕਾਰ ਨਹੀਂ ਛਾਪਦੇ, ਪੱਤਰਕਾਰਾਂ ਤੋਂ ਛਪਵਾਈਆਂ ਜਾ ਰਹੀਆਂ ਜਾਪਦੀਆਂ ਨੇ ਅਖਬਾਰਾਂ। ਉਹ ਦੋਵੇਂ ਅਖਬਾਰ ਉਹ ਨੇ ਜਿਹੜੇ ਕੇਂਦਰ ਸਰਕਾਰ ਨਾਲ ਹੁਣ ਤੱਕ ਮਿਲ ਕੇ ਚੱਲਦੇ ਆ, ਉਹਦੀ ਰਾਜਨੀਤੀ ਨਾਲ ਮਿਲ ਕੇ ਚੱਲਦੇ ਆ। ਉਹਨਾਂ ਕੋਲੋਂ ਇਹ ਖਬਰਾਂ ਕਿਉਂ ਲਵਾਈਆਂ ਗਈਆਂ? ਉਹ ਸਾਰਾ ਕੁਝ ਇਹ ਦੱਸਦਾ ਕਿ ਜਿਹੜੀ ਗੱਲ ਮੈਂ ਪਹਿਲਾਂ ਆਖੀ ਹੈ, ਕੇਂਦਰ ਸਰਕਾਰ ਨੂੰ ਚਲਾ ਰਹੀ ਪਾਰਟੀ ਤੇ ਉਹਦੇ ਜਿੰਨੇ ਕੁ ਏਲਚੀ ਆ, ਉਹ ਸਾਰੇ ਇਸ ਗੱਲ 'ਤੇ ਲੱਗੇ ਹੋਏ ਆ ਕਿ ਕਿਸਾਨ ਲਹਿਰ ਪਾਟ ਜਾਵੇ। ਅੱਗੋਂ ਜਿਹੜੇ ਕੋਈ ਕਿਸਾਨਾਂ ਦੇ ਹਿੱਤ ਚਿੰਤਕ ਆ, ਕੋਈ ਵੀ ਹੋਣ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਇਹੋ ਜਿਹੇ ਮੌਕੇ ਦੇ ਉੱਤੇ
ਕੋਈ ਵੀ ਉਹ ਗੱਲ ਨਾ ਕੀਤੀ ਜਾਵੇ ਜਿਹੜੀ ਕੇਂਦਰ ਸਰਕਾਰ ਵਰਤ ਸਕੇ। ਹਾਂ, ਇਹ 'ਚ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ। ਜੀ। 2 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਸਾਰੇ ਸਕੂਲ ਖੋਲ੍ਹਣ ਦਾ। ਇਸ ਫੈਸਲੇ 'ਤੇ ਵੀ ਬਹੁਤ ਕਿੰਤੂ ਪਰੰਤੂ ਹੋਇਆ। ਕੁਛ ਲੋਕ ਇਹ ਸਮਝਦੇ ਆ ਕਿ ਇਸ ਫੈਸਲੇ ਦਾ ਅਸਰ ਉਸ ਕਿਸਾਨ ਲਹਿਰ 'ਤੇ ਵੀ ਪੈ ਸਕਦਾ। ਕੁਛ ਲੋਕ ਇਹ ਸਮਝਦੇ ਆ ਕਿ ਬੱਚਿਆਂ ਨੂੰ ਜਦੋਂ ਕਰੋਨਾ ਵਾਇਰਸ ਤੋਂ ਬਚਾਉਣਾ, ਸੋਸ਼ਲ ਡਿਸਟੈਂਸਿੰਗ ਰੱਖਣੀ ਹੈ, ਅਤੇ ਜਿਹੜੀ ਕਲਾਸ ਦੇ ਵਿੱਚ 40 ਬੱਚਿਆਂ ਵਾਸਤੇ 40 ਮਸਾ ਉਸ ਹਿਸਾਬ ਦੇ ਬੈਂਚ ਲੱਗੇ ਨੇ, ਹੁਣ ਅੱਗੋਂ ਸੋਸ਼ਲ ਡਿਸਟੈਂਸਿੰਗ ਵਾਸਤੇ ਜਾਂ ਤਾਂ ਕਮਰਾ ਵੱਡਾ ਕੀਤਾ ਜਾਵੇ, ਉਸ ਕਮਰੇ ਦੀ ਥਾਂ 'ਤੇ ਵੱਡਾ ਹਾਲ ਕਮਰਾ ਲਿਆ ਜਾਵੇ, ਜਾਂ 20-20 ਬੱਚਿਆਂ ਦੀਆਂ 2 ਸ਼ਿਫਟਾਂ ਕੀਤੀਆਂ ਜਾਣ। ਜੀ। 2 ਬੱਸਾਂ ਜਿਹੜੀਆਂ ਚੱਲਦੀਆਂ ਨੇ ਬੱਚਿਆਂ ਨੂੰ ਲਿਆਉਣ ਵਾਸਤੇ, ਉਹਨਾਂ 'ਚ 50-60 ਬੱਚੇ ਆਉਂਦੇ ਆ। ਜੇ ਅੱਗੋਂ 2 ਸ਼ਿਫਟਾਂ 'ਚ ਲਿਆਉਣੇ ਸੋਸ਼ਲ ਡਿਸਟੈਂਸਿੰਗ ਕਰਕੇ, ਉਹਦਾ ਖਰਚਾ ਵੱਧ ਪੈ ਜਾਣਾ। ਕਿ ਮਾਪੇ ਭਰ ਸਕਣਗੇ ਕਿ ਨਹੀਂ ਭਰ ਸਕਣਗੇ। ਸਭ ਤੋਂ ਵੱਡੀ ਗੱਲ ਇਹ ਕਿ ਬਹੁਤ ਸਾਰੇ ਮਾਪੇ ਇਹੋ ਜਿਹੇ ਆ ਜਿਹੜੇ ਆਪਣੇ ਬੱਚਿਆਂ ਸਮੇਤ ਹੀ ਉੱਥੇ ਚਲੇ ਗਏ ਆ, ਧਰਨੇ 'ਤੇ ਬੈਠੇ ਨੇ। ਉੱਥੇ ਹੀ ਜਿਹੜਾ ਵਾਈਫਾਈ ਉਹਨੂੰ ਵਰਤ ਕੇ ਉਹਨਾਂ ਦੇ ਬੱਚੇ ਆਪਣੀ ਕਲਾਸ ਵੀ ਲਾਉਂਦੇ, ਅਤੇ ਕਲਾਸ ਤੋਂ ਬਾਅਦ ਜਾ ਕੇ ਕਿਸਾਨਾਂ ਦੇ ਧਰਨੇ 'ਚ ਵੀ ਮਾਂ-ਬਾਪ ਦੇ ਨਾਲ ਸ਼ਾਮਲ ਹੁੰਦੇ ਆ। ਅਚਾਨਕ ਇਹੋ ਜਿਹਾ ਫੈਸਲਾ ਆ ਜਾਵੇ, ਅਤੇ ਪਹਿਲਾਂ ਤਾਂ ਛੋਟੇ ਬੱਚਿਆਂ ਦੀਆਂ ਸਕੂਲਾਂ ਦੀਆਂ ਕਲਾਸਾਂ ਸ਼ੁਰੂ ਕਰਾਈਆਂ, ਹੁਣ ਕਹਿੰਦੇ 15 ਤਰੀਕ ਤੋਂ ਕਾਲਜ ਵੀ ਸ਼ੁਰੂ ਹੋ ਜਾਣੇ ਆ। ਇਹਦੇ ਨਾਲ ਵੀ ਅਸਰ ਪਵੇਗਾ। ਇੱਦਾਂ ਦੀਆਂ ਬੜੀਆਂ ਗੱਲਾਂ ਹੋ ਰਹੀਆਂ ਜਿਹੜੀਆਂ ਕਿਸੇ ਨੂੰ ਸਮਝ ਨਹੀਂ ਆ ਰਹੀਆਂ ਇਹ ਠੀਕ ਨੇ ਜਾਂ ਗਲਤ, ਪਰ ਇਹਨਾਂ ਗੱਲਾਂ ਨੂੰ ਕੇਂਦਰ ਸਰਕਾਰ ਦੇ ਵਿੱਚੋਂ ਕੋਈ ਨਾ ਕੋਈ ਕੱਲ੍ਹ ਨੂੰ ਵਰਤ ਸਕਦਾ, ਉਸ ਵਰਤੇ ਜਾਣ ਤੋਂ ਬਚਣਾ ਚਾਹੀਦਾ। ਤੇ ਇੱਕ ਉਹ ਬਾਬਾ ਲੱਖਾ ਸਿੰਘ ਦੀ ਤੁਸੀਂ ਗੱਲ ਕੀਤੀ ਸੀ, ਹੁਣ ਇਹ ਵੀ ਸੁਣਨ 'ਚ ਆ ਰਿਹਾ ਵੀ ਸ਼ਾਇਦ ਉਸੇ ਹੀ ਡੇਰੇ ਦੇ ਵਿੱਚੋਂ ਇੱਕ ਹੋਰ ਕੋਈ ਮੁਖੀ ਨੇ, ਤੇ ਉਹਨਾਂ ਨੇ ਤਾਂ ਇਹ ਕਹਿਣਾ ਸ਼ੁਰੂ ਕਰਤਾ ਜੀ ਵੀ ਉੱਥੇ ਵਿਚੋਲਗੀ ਕਰਨ ਨਾਲੋਂ ਚੰਗਾ ਸੀ ਮਰ ਹੀ ਜਾਂਦੇ। ਦੇਖੋ, ਲੱਖਾ ਸੋਂ ਸਿੱਖ ਸਮਾਜ ਦੇ ਵਿੱਚ ਸੰਤ ਵਜੋਂ ਜਾਣਿਆ ਜਾਂਦਾ। ਇਹ ਆਪੋ 'ਚ ਸੰਤ ਇੱਕ ਦੂਜੇ ਨੂੰ ਮਰ ਜਾਂਦੇ, ਕਹਿਣ ਨਾ ਕਹਿਣ, ਮੈਂ ਤਾਂ ਕਹਿੰਦਾ ਨਹੀਂ। ਸਾਡੀ ਗਿਣਤੀ ਤੋਂ ਤੇ ਪਹਿਲਾਂ ਹੀ ਵਾਸੇ ਨੇ, ਕਿਉਂਕਿ ਇਹ ਆਪਣੇ ਆਪ ਨੂੰ ਬਰਕਤ ਕਹਿੰਦੇ ਆ। ਇਹ ਕਹਿੰਦੇ ਕਿ ਅਸੀਂ ਦੀਨ ਦੁਨੀਆ ਦੇ ਇਹਨਾਂ ਹਾਨ ਲਾਭਾਂ ਤੋਂ ਪਾਸੇ ਹਾਂ। ਪਰ ਨਾਲ ਮੁਸ਼ਕਿਲ ਇਹ ਵੀ ਹੈ ਕਿ ਸੰਤ ਬਣ ਕੇ ਵੀ ਸੰਤਗਿਰੀ ਇਹਨਾਂ 'ਚੋਂ ਕੋਈ ਨਹੀਂ ਵਿਖਾ ਰਿਹਾ। ਜੇ ਯੋਗੀ ਆਦਿੱਤਿਆਨਾਥ ਛੋਟੇ ਹੁੰਦਿਆਂ ਘਰ ਪਰਿਵਾਰ ਛੱਡ ਕੇ ਇੱਕ ਡੇਰੇ 'ਤੇ ਚੜ੍ਹ ਗਿਆ ਅਤੇ ਆਖਿਆ ਕਿ ਮੋਹ ਮਾਇਆ ਤਿਆਗਤੀ, ਹੁਣ ਮੈਂ ਸਿਰਫ ਪਰਮਾਤਮਾ ਨਾਲ ਮਿਲਾਪ ਕਰਨਾ, ਅਤੇ ਮਗਰੋਂ ਪਾਰਲੀਮੈਂਟ ਦੀਆਂ ਮੈਂਬਰੀਆਂ ਵੀ ਕੀਤੀਆਂ, ਅਤੇ ਅੱਜ ਕੱਲ੍ਹ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦਾ ਮੁੱਖ ਮੰਤਰੀ ਬਣਿਆ। ਸਾਧਵੀ ਉਮਾ ਭਾਰਤੀ, ਇਹ ਜਿੰਨੀਆਂ ਸਾਧਵੀਆਂ ਨੇ, ਹੁਣ ਇੱਕ ਸਾਧਵੀ ਪ੍ਰਗਿਆ ਠਾਕਰ, ਇਹ ਜਿੰਨੀਆਂ ਨੇ ਇਹ ਵੀ ਮੋਹ ਮਾਇਆ ਤਿਆਗ ਕੇ ਪਰਮਾਤਮਾ ਨਾਲ ਮਿਲਾਪ ਵਾਸਤੇ ਤੁਰੀਆਂ ਸੀ। ਪਰਮਾਤਮਾ ਤਾਂ ਕਿਤੇ ਰਾਹ 'ਚ ਹੀ ਬੈਠਾ ਰਹਿ ਗਿਆ, ਉਹਦੇ ਕੋਲ ਦੀ ਲੰਘ ਕੇ ਪਾਵਰ ਤੱਕ ਪਹੁੰਚ ਗਈਆਂ ਨੇ। ਹੁਣ ਤਾਂ ਇਹ ਕੇਂਦਰ ਸਰਕਾਰ ਦੇ ਵਿੱਚ ਕੋਈ ਮੰਤਰੀ ਬਣ ਜਾਂਦੀ ਹੈ, ਕੋਈ ਇਹ ਉਡੀਕਦੀ ਹੈ ਕਿ ਪਾਸੇ ਹੋਵੇ ਅਤੇ ਮੈਂ ਉਹਦੀ ਤਾਂ ਬਣ ਜਾ। ਇੱਕ ਸਾਧਵੀ ਪਿਛਲੀ ਸਰਕਾਰ 'ਚ ਵੀ ਸਾਧਵੀ ਨਿਰੰਜਨ ਜੋਤੀ ਕੇਂਦਰ ਦੇ ਵਿੱਚ ਮੰਤਰੀ ਹੁੰਦੀ ਸੀ, ਹੁਣ ਵੀ ਆ। ਇਹ ਸਾਧੂ ਇੱਥੇ ਸਾਡੇ ਪੰਜਾਬ ਦੇ ਵਿੱਚ 8-9 ਸੰਤ ਨੇ ਜਿਹੜੇ ਵਾਰੀ-ਵਾਰੀ ਵਿਧਾਨ ਸਭਾ ਦੇ ਵਿੱਚ ਜਾ ਕੇ ਅਤੇ ਮੈਂਬਰੀਆਂ ਕਰਦੇ ਰਹੇ, ਮੰਤਰੀ ਜਾਂ ਪਾਰਲੀਮੈਂਟਰੀ ਸੈਕਟਰੀ ਬਣ ਜਾਂਦੇ ਰਹੇ। ਇਹ ਜਿਹੜਾ ਰਾਜਨੀਤੀ ਦਾ ਚਸਕਾ, ਇਹਨਾਂ ਨੂੰ ਸਾਧਾਂ ਨੂੰ ਇਹ ਚਸਕਾ ਨਹੀਂ ਪਾਲਣਾ ਚਾਹੀਦਾ। ਜੇ ਪਾਲਣਗੇ ਤਾਂ ਇੱਕ ਸਾਧ ਕੇਂਦਰ ਸਰਕਾਰ ਨਾਲ ਜਾਵੇਗਾ, ਦੂਜਾ ਸਾਧ ਜਿਹੜਾ ਉਹ ਰਾਜ ਸਰਕਾਰ ਨਾਲ ਜਾਵੇਗਾ, ਤੀਸਰੇ ਸਾਧ ਨੂੰ ਕੋਈ ਪੰਜਾਬ ਦੀ ਆਪੋਜੀਸ਼ਨ ਪਾਰਟੀ ਆਖੇਗੀ ਕੋਈ ਨਹੀਂ ਆਪਣਾ ਰਾਜ ਆਉਣ ਵਾਲਾ, ਤੈਨੂੰ ਉਸ ਵਕਤ ਲਹਿਰਾਂ ਬਹਿਰਾਂ ਅਸੀਂ ਲਾ ਦਿਆਂਗੇ, ਝੰਡੀ ਵਾਲੀ ਕਾਰ ਤੇਰੇ ਥੱਲੇ ਹੋਵੇਗੀ। ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ 5 ਹਿੰਦੂ ਸੰਤਾਂ ਨੂੰ ਰਾਜ ਮੰਤਰੀ ਦਾ ਦਰਜਾ ਦੇ ਦਿੱਤਾ ਸੀ। ਉਹ ਆਪਣੇ ਆਸ਼ਰਮਾਂ 'ਚ ਰਹਿਣ ਦੇ ਬਜਾਏ ਜਾ ਕੇ ਅਤੇ ਸਰਕਾਰੀ ਰੈਸਟ ਹਾਊਸਾਂ ਅਤੇ ਗੈਸਟ ਹਾਊਸਾਂ 'ਚ ਬਹਿਣ ਲੱਗ ਪਏ, ਅਤੇ ਉੱਥੇ ਬਾਹਰ ਧੂਣੀਆਂ ਜਮਾ ਕੇ ਅਤੇ ਆਪਣੇ ਪਿੰਡੇ ਦੇ ਸਵਾਹ ਬਣ ਕੇ ਬੈਠੇ ਹੁੰਦੇ ਸੀ, ਅਤੇ ਵਿਦੇਸ਼ ਤੋਂ ਆਏ ਪੱਤਰਕਾਰ ਫੋਟੋ ਖਿੱਚ ਕੇ ਕਹਿੰਦੇ ਸੀ ਇਹ ਵੀ ਰਾਜ ਮੰਤਰੀ ਆ। ਹੁਣ ਉਹਨਾਂ 'ਚੋਂ ਇੱਕ ਰਾਜ ਮੰਤਰੀ ਜਿਹੜਾ ਸ਼ਿਵਰਾਜ ਚੌਹਾਨ ਨਾਲ ਰੁੱਸ ਗਿਆ, ਉਹਨੇ ਪਿੱਛੇ ਜੇ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰਤਾ ਕਿਸੇ ਗੱਲੋਂ ਨਾਰਾਜ਼ ਹੋ ਕੇ, ਅਤੇ ਉਹਦੇ ਡੇਰੇ 'ਤੇ ਛਾਪੇ ਪੈਣ ਡਿਆ, ਅਤੇ ਸਾਰੇ ਉਹਦੇ ਖਿਲਾਫ ਕੇਸ ਬਣਦੇ ਜਾ ਰਹੇ ਆ। ਆਸਾਰਾਮ ਵੀ ਤਾਂ ਪਹਿਲਾਂ ਪਹਿਲ ਭਾਜਪਾ ਦੇ ਨਾਲ ਹੀ ਹੁੰਦਾ ਸੀ, ਜਰਾ ਕਿ ਕਿਸੇ ਗੱਲ ਤੋਂ ਨਰਿੰਦਰ ਮੋਦੀ ਨਾਲ ਵਿਟਰ ਗਿਆ ਅਤੇ ਮੁੜ ਕੇ ਉਹਦਾ ਆਸ਼ਰਮ ਵੀ ਢਾਹ ਦਿੱਤਾ, ਅਤੇ ਫਿਰ ਉੱਤੇ ਕੇਸ ਬਣਨ ਲੱਗ ਪਏ ਸੀ। ਇਹ ਸਾਧ ਜੇ ਇੱਧਰ ਆਉਣਗੇ ਰਾਜਨੀਤੀ 'ਚ, ਅਤੇ ਰਾਜਨੀਤੀ 'ਚ ਪੁੱਠ ਸਿੱਧ ਬਹੁਤ ਹੁੰਦੀ ਆ, ਇੱਥੇ ਆਉਣਗੇ ਅਤੇ ਫਿਰ ਕਈਆਂ ਤੋਂ ਕੌੜਾ ਫਿੱਕਾ ਸੁਣਨਾ ਪੈਣਾ। ਅਜੇ ਤਾਂ ਆਪਣੀ ਟਕਸਾਲ 'ਚੋਂ ਹੀ ਸੁਣਿਆ, ਆਪਣੇ ਵਾਲੀ ਸੰਪਰਦਾ ਦੇ ਵਿੱਚੋਂ ਹੀ ਉਹਨਾਂ ਨੇ ਸੁਣਿਆ। ਇਹ ਟਕਸਾਲ ਨਹੀਂ ਹੈ, ਸੰਪਰਦਾ, ਆਪਣੀ ਸੰਪਰਦਾ 'ਚੋਂ ਹੀ ਅਜੇ ਤਾਂ ਇਹਨਾਂ ਨੇ ਸੁਣਿਆ ਕਿ ਇਹਦੇ ਨਾਲ ਤਾਂ ਮਰ ਜਾਣਾ ਚੰਗਾ ਸੀ, ਮਰ ਜਾਂਦਾ। ਇਹ ਗੱਲਾਂ ਜਿਹੜੀਆਂ ਨੇ ਇਹ ਇਹਨਾਂ ਦੀਆਂ ਆਪੋ 'ਚ ਨੇ। ਉਹ ਕਹਿਣ ਨੂੰ ਇਹ ਸਾਧ ਲੋਕਾਂ ਨੂੰ ਸਿਖਾਉਂਦੇ ਨੇ ਕਿ ਦੂਈ ਦਵੈਤ ਕੋਈ ਨਹੀਂ ਚਾਹੀਦੀ, ਭਾਈਚਾਰਾ ਚਾਹੀਦਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਪਰ ਆਪਸ ਵਿੱਚ ਜਦੋਂ ਇੱਕ ਦੂਸਰੇ ਬਾਰੇ ਬੋਲਦੇ ਨੇ ਅਤੇ ਮਰਨ ਤੱਕ ਦੀਆਂ ਗੱਲਾਂ ਕਰਦੇ ਨੇ, ਉਦੋਂ ਪਤਾ ਲੱਗ ਜਾਂਦਾ ਕਿ ਬਾਹਰੋਂ ਹੀ ਸਾਧ ਨੇ, ਅੰਦਰੋਂ ਤਾਂ ਸਾਡੇ ਵਰਗੇ ਹੀ ਨੇ। ਉੱਦਾਂ ਦੀ ਨਿੱਕੀ ਨਿੱਕੀ ਗੱਲ 'ਤੇ ਗੁਆਂਢ ਤੋਂ ਕੌੜ ਫਿੱਕ ਵੀ ਹੋਵੇ ਅਤੇ ਮਰਨ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਇਹ ਕੋਈ ਸਾਧਪੁਣਾ ਤਾਂ ਲੱਭਦਾ ਹੀ ਨਹੀਂ ਇਹਨਾਂ 'ਚ। ਜੀ,
ਅੱਛਾ ਪੰਜ ਸਾਹਿਬ, ਇੱਕ ਆ ਬਰਡ ਫਲੂ ਦੀ ਵੀ ਗੱਲ ਕਰ ਹੀ ਲਈਏ। ਉਹ ਤਾਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਸੀ ਹਲਕਾ ਜਿਹਾ ਵੀ ਇੱਕ MLA ਜਿਹੜਾ ਉਹ ਹੁਣ ਬਰਡ ਫਲੂ ਨੂੰ ਜੁੜੀ ਜਾਂਦਾ ਕਿਸਾਨਾਂ ਨਾਲ, ਪਰ ਹੌਲੀ ਹੌਲੀ ਬਰਡ ਫਲੂ ਜਿਹੜਾ ਉਹ ਸਾਰੇ ਹੀ ਆ ਗਿਆ। ਅੱਜ ਤਾਂ ਬਰਨਾਲੇ 'ਚੋਂ ਵੀ ਸੁਣ 'ਚ ਆਇਆ ਵੀ ਉੱਥੇ ਕੋਈ ਤੋਤੇ 30-35 ਜਿਹੜੇ ਸੀ ਉਹ ਮਰੇ ਮਿਲੇ ਆ। ਇਹ ਜਿਹੜਾ ਜਿਸ ਹਿਸਾਬ ਨਾਲ ਚੱਲ ਪਿਆ ਕੰਮ ਅਚਾਨਕ ਤੋਂ, ਇਹਨੂੰ ਕਿਵੇਂ ਦੇਖਦੇ? ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਉਹ ਤੋਤੇ ਇਸੇ ਤਰ੍ਹਾਂ ਮਰੇ ਆ ਕਿ ਕਿਸੇ ਨੇ ਦਵਾਈ ਉੱਥੇ ਪਾਈ ਸੀ ਫਸਲ ਨੂੰ, ਉਹ ਚੁੱਕ ਕੇ ਮਰ ਗਏ ਹੋਣਗੇ। ਅਜੇ ਤੱਕ ਭਾਰਤ ਵਿੱਚੋਂ ਜਿੱਥੋਂ ਵੀ ਮੌਤਾਂ ਦੀਆਂ ਖਬਰਾਂ ਆਈਆਂ, ਜਾਂ ਤਾਂ ਕਾਵਾਂ ਦੀਆਂ ਆਈਆਂ ਨੇ ਜਾਂ ਪ੍ਰਵਾਸੀ ਪੰਛੀਆਂ ਦੀਆਂ। ਪ੍ਰਵਾਸੀ ਪੰਛੀ ਉਹ ਹੁੰਦੇ ਜਿਹੜੇ ਰੂਸ ਦੇ ਸਾਈਬੇਰੀਆ 'ਚ ਬਰਫ਼ ਪਵੇ ਉੱਥੇ ਰਹਿ ਨਹੀਂ ਸਕਦੇ, ਉੱਥੋਂ ਉੱਡ ਕੇ ਹਰੀਕੇ ਪੱਤਨ ਦੀ ਝੀਲ 'ਤੇ ਆ ਜਾਂਦੇ ਆ, ਪੌਂਗ ਡੈਮ ਤਲਵਾੜੇ ਆ ਜਾਂਦੇ ਆ, ਭਾਖੜਾ ਡੈਮ 'ਤੇ ਆ ਜਾਂਦੇ ਆ, ਰਣਜੀਤ ਸਾਗਰ ਡੈਮ 'ਚ ਆ ਜਾਂਦੇ ਆ। ਉਹ ਹੁੰਦੇ ਆ ਪ੍ਰਵਾਸੀ ਪੰਛੀ। ਇੱਥੇ ਆ ਕੇ ਸਰਦੀਆਂ ਦੇ 4 ਦਿਨ ਕੱਟ ਜਾਂਦੇ ਆ ਅਤੇ ਮੁੜ ਕੇ ਜਦੋਂ ਉੱਥੇ ਬਰਫਾਂ ਢਲ ਜਾਂਦੀਆਂ ਨੇ ਅਤੇ ਸਾਡੀ ਸਰਦੀ ਵਰਗਾ ਮੌਸਮ ਰਹਿ ਜਾਂਦਾ, ਫਿਰ ਇਹ ਸਾਈਬੇਰੀਆ ਨੂੰ ਨਿਕਲ ਜਾਂਦੇ ਆ। ਉਹ ਪ੍ਰਵਾਸੀ ਪੰਛੀ ਪਤਾ ਨਹੀਂ ਕਿੱਥੋਂ ਆਏ, ਕਿੱਥੋਂ ਲਿਆਏ ਨੇ। ਅਜੇ ਤੱਕ ਬਰਡ ਫਲੂ ਉਹਨਾਂ ਸੀ ਜਾਂ ਉਹਨਾਂ ਤੋਂ ਕਾਵਾਂ 'ਚ ਆਇਆ ਸੀ। ਇਹ ਇੱਕਦਮ ਤੋਤਿਆਂ 'ਚ ਕਿੱਦਾਂ ਆ ਗਿਆ? ਤੋਤਿਆਂ ਤੋਂ ਕੱਲ੍ਹ ਨੂੰ ਹੁਣ ਮੁਰਗੀਆਂ ਵਿੱਚ ਵੀ ਆਖਿਆ ਜਾ ਰਿਹਾ। ਮੁਰਗੀਆਂ 'ਚ ਜਿਹੜੇ ਪ੍ਰਵਾਸੀ ਪੰਛੀ ਨੇ, ਮੁਰਗੀਆਂ ਦੇ ਕਿਸੇ ਖੁੱਡੇ 'ਚ ਆਏ ਹੀ ਨਹੀਂ, ਉਹ ਤਾਂ ਪਰੇ ਪਰੇ ਰਹੇ ਨੇ। ਇਹਨਾਂ 'ਚ ਕਿੱਥੋਂ ਆ ਗਿਆ ਮੁਰਗੀਆਂ 'ਚ? ਔਰ ਬੜੀ ਤੇਜ਼ੀ ਨਾਲ ਸਰਕਾਰਾਂ ਨੇ ਪਾਬੰਦੀਆਂ ਵੀ ਲਾਉਣੀਆਂ ਸ਼ੁਰੂ ਕਰਤੀਆਂ। ਇਹਦਾ ਜੇ ਕੁਛ ਹੈਗੀ ਆ ਗੱਲ ਜਿੰਨੀ ਵੀ ਆ, ਉਹਦਾ ਇਲਾਜ ਕਰਨਾ ਚਾਹੀਦਾ। ਔਰ ਇਲਾਜ ਕਰਨ ਵਾਸਤੇ, ਉਹਦੇ ਪ੍ਰਬੰਧ ਕਰਨ ਵਾਸਤੇ, ਉਹ ਤੋਂ ਬਚਣ ਵਾਸਤੇ ਜੋ ਵੀ ਕਰਨਾ ਪਵੇ, ਕੇਂਦਰ ਸਰਕਾਰ ਦੇ ਪੱਧਰ 'ਤੇ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਬੁਲਾ ਲੈਣ, ਜੋ ਪ੍ਰਬੰਧ ਕਰਨੇ ਉੱਥੋਂ ਕਰ ਲੈਣ। ਜੇ ਹਰ ਕੋਈ ਰਾਜ ਸਰਕਾਰ ਆਪੋ ਆਪਣੇ ਘੋੜੇ ਭਜਾਈ ਜਾਵੇਗੀ, ਇਹਨੇ ਉੱਥੇ ਕੁੱਕੜਾਂ 'ਤੇ ਪਾਬੰਦੀ ਲਾਤੀ, ਉਹਨੇ ਆਂਡਿਆਂ 'ਤੇ ਪਾਬੰਦੀ ਲਾਤੀ, ਇਹਦੇ ਨਾਲ ਬਰਡ ਫਲੂ ਦਾ ਇਲਾਜ ਘੱਟ ਹੋਣਾ ਅਤੇ ਲੋਕਾਂ ਦੇ ਵਿੱਚ ਦਹਿਸ਼ਤ ਵੱਧ ਫੈਲਣੀ ਹੈ। ਕੀ ਅਸੀਂ ਇਸ ਬਿਮਾਰੀ ਨੂੰ ਰੋਕਣਾ ਚਾਹੁੰਦੇ ਹਾਂ, ਜਾਂ ਫਿਰ ਕੀ ਅਸੀਂ ਲੋਕਾਂ ਨੂੰ ਇਹਦੇ ਵਾਸਤੇ ਡਰਾਉਣਾ ਚਾਹੁੰਦੇ ਹਾਂ ਕਿ ਕਰੋਨਾ ਗਲੋਂ ਲੱਥਾ ਨਹੀਂ, ਇੱਕ ਨਵੀਂ ਮੁਸੀਬਤ ਆ ਗਈ ਹੈ? ਇਹ ਜਿਹੜੀ ਚੀਜ਼ ਹੈ, ਇਹਦਾ ਧਿਆਨ ਰੱਖਣਾ ਚਾਹੀਦਾ। ਇਹ ਕਰੋਨੇ ਦੀ ਵੀ ਤੇ ਹੁਣ ਇਹ ਨਵੀਂ ਚਰਚਾ ਚੱਲ ਪਈ ਹੈ ਨਾ, ਜਦੋਂ ਇਹ ਕਹਿਣ ਲੱਗ ਪਿਆ ਜੀ ਵੀ ਦਵਾਈਆਂ ਆ ਗਈਆਂ, ਫਲਾਨੀ ਕੰਪਨੀ ਦੀ ਲਵਾ ਲਓ, ਢਿੰਗੜੀ ਦੀ ਲਵਾ ਲਓ, ਅਤੇ ਇੰਡੀਆ ਜਿਹੜੀ ਦਵਾਈ ਦੀ ਗੱਲ ਚੱਲਦੀ ਆ ਉਹਦੇ 'ਤੇ ਹੁਣ ਰਾਜਨੀਤੀ ਜਿਹੜੀ ਗਰਮ ਹੋ ਗਈ ਆ। ਰਾਜਨੀਤੀ ਇਹ ਕਹਿਣ ਲੱਗ ਪਈ, ਉਹ ਲਾਲੂ ਹੋਰਾਂ ਦਾ ਸਪੁੱਤਰ ਕਹਿੰਦਾ ਵੀ ਦੇਖੋ ਜੀ ਟੀਕਾ ਲਵਾਉਣ ਨੂੰ ਸਾਰੇ ਤਿਆਰ ਆ, ਪਹਿਲਾਂ ਮੋਦੀ ਸਾਹਿਬ ਦੇ ਲਾਓ। ਇਹ ਕੀ ਕਹਾਣੀ ਫਿਰ? ਉਹਦਾ ਕਾਰਨ ਇਹ ਹੈ ਕਿ ਕੁਝ ਥਾਵਾਂ ਤੋਂ ਰਿਪੋਰਟਾਂ, ਇਹਦੀਆਂ ਟੈਸਟ ਰਿਪੋਰਟਾਂ ਮਾੜੀਆਂ ਵੀ ਆਈਆਂ ਜੀ। ਹੁਣ ਅੱਜ ਹੀ ਖਬਰ ਆਈ ਹੈ ਕਿ 12 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਵਿੱਚ ਇੱਕ ਜਣੇ ਨੂੰ ਕੋਵੈਕਸਿਨ ਦਾ ਟੀਕਾ ਲਾਇਆ ਗਿਆ। ਕੋਵੈਕਸਿਨ ਤੇ ਭਾਰਤ ਦੀ ਕੰਪਨੀ ਨੇ ਬਣਾਈ ਹੈ ਜੀ। ਉਹਦੇ ਤੋਂ ਬਾਅਦ 21 ਦਸੰਬਰ ਨੂੰ ਉਹਦੀ ਮੌਤ ਹੋ ਗਈ। ਹੁਣ ਮੌਤ ਹੋਣ ਤੋਂ ਬਾਅਦ ਉਹਦੇ ਪੁੱਤਰ ਨੇ ਦੱਸ ਦਿੱਤਾ ਸਾਰਿਆਂ ਨੂੰ। 2-3 ਹੈਲਪਲਾਈਨਾਂ ਨੇ ਉਹਨੂੰ ਫੋਨ ਕੀਤੇ, ਅਸੀਂ ਆਉਂਦੇ ਹਾਂ, ਤੁਹਾਡੀ ਮਦਦ ਕਰਦੇ ਹਾਂ, ਪਰ ਕਿਸੇ ਨੇ ਨਹੀਂ ਕੀਤੀ। ਗੱਲ ਢੱਕੀ ਰਹਿ ਗਈ। 21 ਦਸੰਬਰ 22 ਦਸੰਬਰ ਦੀ ਮੌਤ ਹੋਈ ਹੋਵੇ, ਉਸ ਤੋਂ ਬਾਅਦ 8-9-10 ਦਿਨ ਉੱਥੋਂ ਦਸੰਬਰ ਦੇ ਲਾ ਲਓ, ਅਤੇ ਫਿਰ ਹੁਣ 9 ਦਿਨ ਇਹਦੇ ਵੀ ਲਾ ਲਓ। 20 ਦਿਨ ਤੱਕ ਉਹ ਗੱਲ ਹੀ ਦੱਬ ਕੇ ਰੱਖੀ ਗਈ ਹੈ। ਅੱਜ ਹੁਣ ਮੀਡੀਆ 'ਚ ਆਉਂਦੀ ਪਈ ਹੈ ਕਿ ਉਹ ਬੰਦਾ ਇਸ ਤਰ੍ਹਾਂ, ਪਹਿਲਾਂ ਤਾਂ ਉਹਦੀ ਟ੍ਰੈਜਡੀ ਹੈ ਕਿ ਜਦੋਂ 1984 'ਚ ਭੋਪਾਲ ਗੈਸ ਕਾਂਡ ਹੋਇਆ ਜੀ, ਉਹ ਉੱਥੇ ਗੈਸ ਦੀ ਲਪੇਟ 'ਚ ਆ ਗਿਆ ਸੀ, ਉੱਥੋਂ ਮਸਾਂ ਉਹ ਠੀਕ ਹੋਇਆ। ਇੰਨਾ ਲੰਮਾ ਉਹਨੇ ਸੰਕਟ ਭੁਗਤਿਆ। ਹੁਣ ਕਰੋਨਾ ਦੀ ਸਮੱਸਿਆ ਦਾ ਕਰਕੇ ਟ੍ਰਾਇਲ ਵਾਸਤੇ ਟੀਕਾ ਉਹਨੂੰ ਲਾ ਦਿੱਤਾ ਗਿਆ। ਟੀਕਾ ਉਹਨੇ ਲਵਾ ਲਿਆ ਕਿਉਂਕਿ ਭਰੋਸਾ ਦਿੱਤਾ ਗਿਆ ਸੀ ਟੀਕਾ ਬਿਲਕੁਲ ਠੀਕ ਹੈ, ਸਿਰਫ ਟ੍ਰਾਇਲ ਹੀ ਕਰਨਾ, ਕੁਛ ਨਹੀਂ ਹੋਣ ਲੱਗਾ। ਲਵਾ ਲਿਆ, 12 ਤਰੀਕ ਨੂੰ ਲਵਾਇਆ, 21 ਦਸੰਬਰ ਨੂੰ ਉਹ ਮਰ ਗਿਆ। ਉਹਦਾ ਪੁੱਤਰ ਕਹਿੰਦਾ ਕਿ ਮੈਂ ਸਾਰਿਆਂ ਨੂੰ ਦੱਸ ਦਿੱਤਾ ਕਿ ਉਹਦੀ ਮੌਤ ਹੋ ਗਈ ਹੈ। ਹੈਲਪਲਾਈਨਾਂ ਨੇ ਫੋਨ ਕਰਕੇ ਪੁੱਛ ਲਿਆ, ਅੱਗੋਂ ਵੇਖਣ ਵਾਸਤੇ ਕੋਈ ਨਹੀਂ ਆਇਆ। ਜਦੋਂ 20 ਦਿਨ ਲੰਘ ਗਏ, 18 ਦਿਨਾਂ ਬਾਅਦ ਉਹਦਾ ਪੁੱਤਰ ਕਹਿੰਦਾ ਕਿ ਮੈਂ ਹੁਣ ਕੀ ਕਰਾਂ, ਮੈਨੂੰ ਦੱਸਦੇ ਵੀ ਕੁਛ ਨਹੀਂ। ਕਹਿੰਦੇ ਜੀ ਪੋਸਟਮਾਰਟਮ ਹੋ ਰਿਹਾ, ਰਿਪੋਰਟ ਹੋ ਰਹੀ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਉਣਗੀਆਂ ਤੇ ਫਿਰ ਸਿਸਟਮ ਦੇ ਉੱਤੇ ਲੋਕਾਂ ਦੇ ਮਨ ਵਿੱਚ ਕੁਝ ਨਾ ਕੁਝ ਬੇਵਿਸ਼ਵਾਸੀ ਆਉਂਦੀ ਹੈ। ਲੋਕੀ ਸਿਸਟਮ ਦੇ ਨਾਲ ਉਦੋਂ ਤੁਰਦੇ ਹੁੰਦੇ ਆ ਜਦ ਸਿਸਟਮ 'ਚ ਭਰੋਸਾ ਹੋਵੇ। ਇੱਥੇ ਬੇਭਰੋਸਗੀ ਦਾ ਮਾਹੌਲ ਹੈ। ਸਾਡੇ ਕੋਲ ਜਦੋਂ ਕਰੋਨਾ ਵਾਇਰਸ ਦੀ ਪਹਿਲਾਂ ਮਾਰ ਪਈ ਹੈ ਤੇ ਸਿਸਟਮ ਦੇ ਵਿੱਚ ਬੇਭਰੋਸਗੀ ਹੋਣ ਕਰਕੇ ਕਿੰਨਿਆਂ ਥਾਵਾਂ 'ਤੇ ਰੌਲਾ ਪੈ ਗਿਆ। ਇਹ ਤਾਂ ਜੀ ਬਿਮਾਰੀ ਹੈ ਨਹੀਂ, ਇਹ ਤਾਂ ਲੋਕਾਂ ਦੇ ਅੰਗ ਕੱਢਣ ਵਾਸਤੇ, ਉਹਨਾਂ ਦੀਆਂ ਕਿਡਨੀਆਂ ਕੱਢਣ ਵਾਸਤੇ ਇਸ ਤਰ੍ਹਾਂ ਦਾ ਚੱਕਰ ਚਲਾਇਆ। ਬੜੀ ਵਾਹੀਆਤ ਕਿਸਮ ਦੀਆਂ ਵੀਡੀਓ ਤੇ ਆਡੀਓ ਚੱਲਦੀਆਂ ਰਹੀਆਂ। ਉਹ ਆਡੀਓ ਤੇ ਵੀਡੀਓ 2 ਦਿਨ ਨਹੀਂ ਸੀ ਚੱਲ ਸਕਦੀਆਂ ਜੇ ਸਿਸਟਮ ਦੇ ਉੱਤੇ ਭਰੋਸਾ ਹੁੰਦਾ। ਲੋਕਾਂ ਦਾ ਸਿਸਟਮ 'ਤੇ ਭਰੋਸਾ ਨਹੀਂ। ਹੁਣ ਕਿਉਂਕਿ ਸਿਸਟਮ 'ਤੇ ਭਰੋਸਾ ਨਹੀਂ, ਇਸ ਕਰਕੇ ਅੱਡ-ਅੱਡ ਥਾਵਾਂ 'ਤੇ ਸਿਆਸੀ ਲੀਡਰ ਕਹਿੰਦੇ ਪਿਆ ਅਸੀਂ ਕੋਈ ਟ੍ਰਾਇਲ ਵਾਸਤੇ ਟੀਕਾ ਨਹੀਂ ਲਵਾਉਣਾ। ਪਹਿਲਾਂ ਸਭ ਤੋਂ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦਾ, ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹ ਟੀਕਾ ਲਵਾ ਲਵੇ, ਜੇ ਠੀਕ ਠਾਕ ਰਹੇਗਾ ਤਾਂ ਅਸੀਂ ਵੀ ਲਵਾ ਲਾਂਗੇ, ਨਹੀਂ ਤਾਂ ਅਸੀਂ ਨਹੀਂ ਲਵਾਉਂਦੇ। ਇਹ ਆਪਣੇ ਸਿਸਟਮ ਵਿੱਚ ਜੇ ਸਿਆਸੀ ਲੀਡਰਾਂ ਦਾ, ਜਿਹੜੇ ਇਸ ਸਿਸਟਮ ਦਾ ਅੰਗ ਨੇ, ਉਹਨਾਂ ਦਾ ਵੀ ਭਰੋਸਾ ਨਹੀਂ ਤੇ ਆਮ ਲੋਕਾਂ ਦਾ ਕਿੱਦਾਂ ਵੱਧ ਸਕਦਾ। ਇਹਦੇ 'ਚ ਬਨੋ ਸਾਹਿਬ ਉਹ ਅਨਿਲ ਵਿਜ ਦਾ ਵੀ ਜ਼ਿਕਰ ਕਰਦੀ ਹੈ, ਉਹਦੇ ਵੀ ਲੱਗਿਆ ਸੀ, ਉਦੋਂ ਬਾਅਦ ਉਹ ਢਿੱਲਾ ਹੋ ਗਿਆ, ਫਿਰ ਅਜੇ ਤੱਕ ਕੋਈ ਰਿਪੋਰਟ ਆਈ ਤਾਂ ਨਹੀਂ। ਉਹ ਚਲੋ ਢਿੱਲਾ ਹੋ ਗਿਆ, ਪਹਿਲਾਂ ਵੀ
ਉਹ ਜਿੱਦਾਂ ਦਾ ਹੈਗਾ ਨਾ ਉਹਦੀ ਕਿਸੇ ਗੱਲ ਦੇ ਉੱਤੇ ਲੋਕੀ ਭਰੋਸਾ ਨਹੀਂ ਸੀ ਕਰਦੇ। ਹੁਣ ਢਿੱਲਾ ਹੋਣ ਤੋਂ ਬਾਅਦ ਠੀਕ ਹੋ ਕੇ ਆਇਆ ਤੇ ਉਹਨੇ ਜਿਹੜੀਆਂ ਗੱਲਾਂ ਬਾਅਦ ਵਿੱਚ ਕਰਨੀਆਂ ਫਿਰ ਵੀ ਉੱਤੇ ਭਰੋਸਾ ਕਿਸੇ ਨਹੀਂ ਕਰਨਾ, ਕਿਉਂਕਿ ਉਹ ਹੋਇਆ ਮਨੋਹਰ ਲਾਲ ਖੱਟਰ ਹੋਇਆ। ਇਹ ਹਰਿਆਣੇ ਦੇ ਲੀਡਰ ਤਾਂ ਜਿਹੜੇ ਭਾਜਪਾ ਦੇ ਨੇ ਉਹ ਵੀ ਪਹਿਲਾਂ ਕਦੇ ਕਿਹਾ ਜਾਂਦਾ ਸੀ ਚੌਧਰੀ ਭਜਨ ਲਾਲ ਤੋਂ ਲੈ ਕੇ ਕਾਂਗਰਸੀਆਂ ਦਾ ਕੋਈ ਭਰੋਸਾ ਨਹੀਂ ਹਰਿਆਣੇ 'ਚ। ਅੱਜ ਕੱਲ੍ਹ ਇਹ ਭਾਜਪਾ ਵਾਲਿਆਂ ਦਾ ਹਰਿਆਣੇ 'ਚ ਕੋਈ ਭਰੋਸਾ ਨਹੀਂ। ਭਾਜਪਾ ਦੇ ਜਿੰਨੇ ਕੁ ਲੀਡਰ ਹੈ ਇਹਨਾਂ ਨੇ ਬੇਭਰੋਸਗੀ ਆਪਣੇ ਤੇ ਪੈਦਾ ਕੀਤੀ ਗਈ ਹੈ। ਇਸ ਸਿਸਟਮ ਦੀ ਬੇਭਰੋਸਗੀ ਕਿੱਦਾਂ ਦੂਰ ਕਰ ਸਕਦੇ ਆ? ਅਸੀਂ ਅਨਿਲ ਵਿਜ ਨੂੰ ਛੱਡ ਦਈਏ, ਉੱਦਾਂ ਇਹ ਹੈ ਕਿ ਸਮੁੱਚੇ ਦੇਸ਼ ਦੇ ਵਿੱਚ ਮਾਹੌਲ ਬੇਭਰੋਸਗੀ ਦਾ, ਇੱਥੇ ਭਰੋਸਾ ਪ੍ਰਗਟ ਕੀਤਾ ਜਾਣਾ ਚਾਹੀਦਾ। ਅਜੇ ਤੱਕ ਭਰੋਸਾ ਪੈਦਾ ਕਰਨ ਦੇ ਵਿੱਚ ਜਾਂ ਪਹਿਲਾ ਭਰੋਸਾ ਜਿਹੜਾ ਮਾੜਾ ਮੋਟਾ ਸੀਗਾ ਉਹ ਵੀ ਬਹਾਲ ਰੱਖਣ 'ਚ ਮੋਦੀ ਸਰਕਾਰ ਕਾਮਯਾਬ ਨਹੀਂ ਹੋਈ। ਮੈਂ ਫੇਲ ਹੋਈ ਨਹੀਂ ਕਹਿੰਦਾ, ਮੈਂ ਕਹਿੰਦਾ ਕਾਮਯਾਬ ਨਹੀਂ ਹੋਈ। ਤੇ ਪਨੂ ਸਾਹਿਬ ਉਧਰ ਟਵਿੱਟਰ ਵਾਲੇ ਤਾਂ ਕਾਮਯਾਬ ਹੋ ਗਏ ਆ, ਉਹਨਾਂ ਨੇ ਟਰੰਪ ਦਾ ਅਕਾਊਂਟ ਪੱਕਾ ਬੰਦ ਕਰਤਾ ਤੇ ਕਨਸੂਆਂ ਤੇ ਵੀ ਮਿਲਦੇ ਆ ਪਏ, ਹੁਣ ਉਹਦੀ ਹੋਰ ਚੂੜੀ ਟੈਟ ਕਰਨਗੇ। ਅੱਜ ਜਿਹੜੀ ਉਹਦੀ ਨੱਚਦੇ ਦੀ ਵੀਡੀਓ ਆ ਗਈ ਹੈ ਉਸ ਦਿਨ ਲੋਕਾਂ ਨੂੰ ਵੇਖ ਕੇ ਵੀ ਉਹ ਹੁਣ ਚੜ੍ਹ ਚੱਲੇ ਆ ਸੰਸਦ ਭਵਨ ਤੇ, ਉਹਨੂੰ ਕਿਵੇਂ ਦੇਖਦੇ ਹੋ? ਇਹਦੋਂ ਵੱਧ ਬੇਸ਼ਰਮੀ ਹੋ ਸਕਦੀ ਹੈ ਕੋਈ? ਬੁੱਢੇ ਬਾਰੇ ਜਿਹੜੇ ਇਹਨੇ ਖੇ ਖਰਾਬੀ ਉੱਥੇ ਕੀਤੀ, ਜੋ ਕੁਝ ਕਰ ਦਿੱਤਾ, ਇਹਦੋਂ ਪਰੇ ਤੇ ਕੁਝ ਹੋ ਹੀ ਨਹੀਂ ਸਕਦਾ। ਇਹ ਖੇਡ ਹੈ ਜਿਹੜੀ ਇਹਨੇ, ਇਹ ਕੋਈ ਮਤਲਬ ਇਹਦਾ ਨਹੀਂ ਸੀ। ਔਰ ਇਹਨੇ ਲੋਕਾਂ ਨੂੰ ਉਕਸਾ ਕੇ ਆਪਣੇ ਦੇਸ਼ ਦੀ ਪਾਰਲੀਮੈਂਟਰੀ ਜਿਹੜੀ ਸਿਸਟਮ ਹੈ ਜਿਹੜਾ ਉਹਦੇ ਸਭ ਤੋਂ ਵੱਡੇ ਮੰਦਰ ਪਾਰਲੀਮੈਂਟ ਦੇ ਉੱਤੇ ਚੜ੍ਹਾਈ ਕਰਨ ਵਾਸਤੇ ਭੇਜਿਆ, ਆਪ ਉਕਸਾਇਆ। ਜਦੋਂ ਲੋਕ ਉੱਧਰ ਗਏ ਤੇ ਇਹਦਾ ਸਾਰਾ ਟੱਬਰ TV ਦੇ ਉੱਤੇ ਵੇਖ ਵੇਖ ਕੇ ਨੱਚਦਾ ਰਿਹਾ ਔਰ ਘਰ ਦੇ ਵਿੱਚੋਂ ਹੀ ਇੱਕ ਜੀ ਆਪਣੇ ਫੋਨ ਦੇ ਉੱਤੇ ਇਹਦੀ ਵੀਡੀਓ ਬਣਾਉਂਦਾ ਰਿਹਾ। ਉਹ ਵੀਡੀਓ ਹੁਣ ਲੀਕ ਹੋ ਗਈ ਹੈ। ਜਿੱਦਾਂ ਦੀਆਂ ਹਰਕਤਾਂ ਨੇ ਕੀਤੀਆਂ, ਮੇਰਾ ਖਿਆਲ ਜਿਨ੍ਹਾਂ ਲੋਕਾਂ ਨੇ 2016 'ਚ 2015 'ਚ ਇਹਨੂੰ ਵੋਟਾਂ ਪਾਈਆਂ ਸਨ ਉਹ ਵੀ ਪਛਤਾਉਂਦੇ ਹੋਣਗੇ 2016 'ਚ ਜਿਨ੍ਹਾਂ ਨੇ ਪਾਈਆਂ ਸਨ ਕਿ ਅਸੀਂ ਇਹਨੂੰ ਕਾਹਨੂੰ ਪਾ ਬੈਠੇ। ਇਸ ਵਾਰੀ ਵੀ ਜਿਨ੍ਹਾਂ ਪਾਈਆਂ ਉਹਨਾਂ 'ਚੋਂ ਵੀ ਬਹੁਤ ਸਾਰੇ ਪਛਤਾਉਂਦੇ ਹੋਣਗੇ ਕਿ ਇੱਦਾਂ ਦਾ ਲੀਡਰ ਚੁਣਨ ਨਾਲੋਂ ਤਾਂ ਚੰਗਾ ਸੀ ਵੋਟ ਪਾਉਣੀ ਨਾ ਜਾਂਦੇ। ਇਹਨੇ ਜਲੂਸ ਕੱਢਤਾ ਆਪਣੇ ਦੇਸ਼ ਦੀ ਡੈਮੋਕ੍ਰੇਸੀ ਦਾ ਔਰ ਬਾਕੀ ਦੇਸ਼ਾਂ ਦੇ ਲੋਕਾਂ ਨੂੰ ਵੀ ਥੋੜ੍ਹਾ ਸਬਕ ਸਿਖਾ ਦਿੱਤਾ ਕਿ ਲੀਡਰ ਚੁਣਨਾ ਹੋਵੇ ਥੋੜ੍ਹਾ ਜਿਹਾ ਪਹਿਲਾਂ ਸਿਰ ਦੇ ਵਿੱਚ ਦਹੀਂ ਪਾ ਕੇ ਨਹਾ ਲਿਆ ਕਰੋ, ਕਿਤੇ ਇੱਦਾਂ ਦਾ ਨਾ ਚੁਣਿਆ ਜਾਵੇ। ਇਹੋ ਜਿਹਾ ਚੁਣਿਆ ਗਿਆ ਤੇ ਸਾਰਾ ਕੁਝ ਕੀਤਾ ਕਤਰਿਆ ਵੀ ਖੂਜ ਪਾ ਦੂ। ਔਰ ਉਹਦੇ ਨੱਚਦੇ ਦੀ ਪਾਰਲੀਮੈਂਟ ਤੇ ਹਮਲਾ ਹੋ ਰਿਹਾ ਤੇ ਰਾਸ਼ਟਰਪਤੀ ਨੱਚ ਰਿਹਾ, ਇਹਦੋਂ ਵੱਧ ਬੇਸ਼ਰਮੀ ਕੋਈ ਹੋ ਸਕਦੀ ਹੈ? ਉਹਦੇ ਸਾਰੇ ਅਕਾਊਂਟ ਜੇ ਬਾਅਦ ਸੀਜ਼ ਕੀਤੇ ਤੇ ਠੀਕ ਕੀਤੇ, ਕਰਨੇ ਹੀ ਬਣਦੇ ਸੀ, ਪਹਿਲਾਂ ਕਰ ਦੇਣੇ ਚਾਹੀਦੇ ਸੀ। ਪਨੂ ਸਾਹਿਬ ਤੁਸੀਂ ਸਮਾਂ ਕੱਢਿਆ ਜੀ, ਬਹੁਤ ਧੰਨਵਾਦ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ, ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।